हैप्पी जी लगातार विरोधता जारी सी। भगवंत मान की कोठी का घिराव भी किया। तुसी मतलब जो ये टिकट दी गई आ, नाराजगी आ तुहानूं ये टिकट? उस चलदी ਵਪਾਰੀ वर्ग की मीटिंग ਦੇ ਵਿੱਚ ਪਾਰਟੀ ਨੂੰ ਕੀ ਇਹੋ ਜੀ ਕਾਹਲ ਹੋਈ ਜਾਂ ਕੀ ਜਲਦਬਾਜ਼ੀ ਕਰਨੀ ਪਈ ਵੀ ਉਸ ਚਲਦੀ ਮੀਟਿੰਗ ਦੇ ਵਿੱਚ ਸਾਡੇ ਉਸ ਭਰਾ ਦੀ ਦਿਨੇਸ਼ ਬਾਂਸਲ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਚਲਦੀ ਮੀਟਿੰਗ ਦੇ ਵਿੱਚ ਟਿਕਟ ਅਨਾਉਂਸ ਕੀਤੀ ਗਈ, ਜਿਹੜਾ ਕਿ ਧਨਾੜ ਹੈਗਾ। ਅਕਾਲੀ ਦਲ ਦੀ ਸਰਕਾਰ ਵੇਲੇ ਉਹ ਐਮਪੀ ਦੀ ਚੋਣ ਹਾਰਿਆ। ਉਸ ਤੋਂ ਬਾਅਦ ਅਕਾਲੀ ਦਲ ਦਾ ਉਹ ਮੇਅਰ ਰਿਹਾ। ਮੇਅਰ ਰਹਿਣ ਦੇ ਬਾਵਜੂਦ ਉਹਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਜਦ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਇਹ ਗੱਲ ਕਹਿੰਦੇ ਨੇ ਵੀ ਭ੍ਰਿਸ਼ਟਾਚਾਰ ਕਰਨ ਵਾਲੇ ਮੈਨੂੰ ਬਿਲਕੁਲ ਵੀ ਮੈਂ ਬਰਦਾਸ਼ਤ ਨਹੀਂ ਕਰੂੰਗਾ। ਅੱਜ ਕੁਲਵੰਤ ਸਿੰਘ ਮੇਅਰ ਕਿਹੜੇ ਪਾਸਿਓਂ ਦੁੱਧ ਧੋਤਾ ਹੋ ਗਿਆ? ਜੇ ਸਰਵੇ ਦੇ ਆਧਾਰ ਦੇ ਉੱਪਰ ਟਿਕਟ ਆਈ ਹੁੰਦੀ ਸੰਗਰੂਰ ਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਨਰਿੰਦਰ ਕੌਰ ਭਰਾਜ ਦਾ ਨਾਮ ਆਉਂਦਾ। ਸਰਵੇ ਦੇ ਆਧਾਰ ਤੇ ਬਿਲਕੁਲ ਕੋਈ ਟਿਕਟ ਨਹੀਂ ਆਈ ਹੈਗੀ। ਜਿਹੜੀ ਟਿਕਟ ਆਈ ਆ ਉਹ ਚਮਚਾਗਿਰੀ ਨਾਲ, ਚਾਪਲੂਸੀ ਨਾਲ, ਜਾਂ ਆਪਾਂ ਇਹ ਕਹਿ ਦਈਏ ਵੀ ਪੈਸਾ ਤੰਤਰ ਨਾਲ ਟਿਕਟ ਆ ਰਹੀ। 2017 ਵਾਲੀ ਉਹ ਗਰਾਊਂਡ ਰਿਐਲਿਟੀ ਜਿਵੇਂ ਗੱਲ ਕਰਦੇ ਬਿਲਕੁਲ ਹੋਊਗੀ ਜੀ। ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਹੈਗਾ ਵੀ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ 20 ਐਮਐਲਏ ਆ ਗਏ ਸੀ। 2022 ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਉਹ 20 ਦੇ ਵਿੱਚੋਂ ਤੁਸੀਂ ਜਾਂ ਤਾਂ ਪਿੱਛੋਂ ਜ਼ੀਰੋ ਹਟਾਉਣ ਤੇ ਮਜਬੂਰ ਹੋ ਜਾਵੋ ਜਾਂ ਅੱਗੋਂ ਦੂਆ ਹਟਾਉਣ ਤੇ ਮਜਬੂਰ। ਸਾਨੂੰ ਉਦੋਂ ਹੋਇਆ ਵੀ ਜਦੋਂ ਉਹੀ ਐਮਪੀ ਆਪਦੇ ਉਹਨਾਂ ਭਮੱਕੜਾਂ ਨੂੰ ਮਿਲਣ ਦੀ ਬਜਾਏ ਉੱਥੋਂ ਆਪਣੇ ਭਰਾ ਦੀ ਪੁਰਾਣੀ ਗੱਡੀ ਦੇ ਵਿੱਚ ਟੋਪ ਵਾਲਾ ਅੱਪਰ ਲੈ ਕੇ, ਜਿਵੇਂ ਰਾਮਲੀਲਾ ਮੈਦਾਨ ਦੇ ਵਿੱਚੋਂ ਰਾਮਦੇਵ ਭੱਜਿਆ ਸੀ ਸਲਵਾਰ ਪਾ ਕੇ, ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਭਗਵੰਤ ਮਾਨ ਆਪਣੇ ਉਹ ਭਮੱਕੜਾਂ ਤੋਂ ਮੂੰਹ ਲੁਕੋ ਕੇ ਟੋਪ ਵਾਲਾ ਅੱਪਰ ਪਾ ਕੇ ਸਿਰ ਤੇ ਟੋਪ ਲੈ ਕੇ ਬਗੈਰ ਪੱਗ ਬੰਨੇ ਆਪਦੀ ਕੋਠੀ ਚੋਂ ਭੱਜਿਆ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਅਤੇ ਆਮ ਆਦਮੀ ਪਾਰਟੀ ਲਗਾਤਾਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਹਾਈ ਕਮਾਂਡ ਲਗਾਤਾਰ ਉਮੀਦਵਾਰਾਂ ਨੂੰ ਐਲਾਨ ਕਰ ਰਹੀ ਆ, ਜਦ ਕਿ 100 ਤੋਂ ਪਲੱਸ ਯਾਨੀ ਕਿ ਦੱਸਿਆ ਜਾ ਰਿਹਾ ਕਿ 108 ਉਮੀਦਵਾਰ ਆਮ ਆਦਮੀ ਪਾਰਟੀ ਐਲਾਨ ਚੁੱਕੀ ਹੈ ਤੇ ਬਾਕੀ ਦੀ ਲਿਸਟ ਵੀ ਜਲਦੀ ਜਾਰੀ ਹੋ ਜਾਵੇਗੀ। ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਹਨ। 2 ਦਿਨਾਂ ਦਾ ਦੌਰਾ ਲਗਾਤਾਰ ਚੱਲ ਰਿਹਾ ਤੇ ਕੰਪੇਨ ਸ਼ੁਰੂ ਕਰੀ ਆ ਉਹਨਾਂ ਨੇ। ਡੋਰ ਟੂ ਡੋਰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਡੋਰ ਟੂ ਡੋਰ ਹੋ ਰਹੇ ਨੇ, ਲੋਕਾਂ ਨਾਲ ਸ਼ੁਰੂਆਤ ਕਰ ਰਹੇ ਨੇ ਕਿ ਵੋਟਾਂ ਮੰਗਾਂਗੇ ਅਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਸਮਝਾਵਾਂਗੇ, ਜੋ ਵੀ ਗਰੰਟੀਆਂ ਦਿੱਤੀਆਂ ਨੇ ਉਹ ਵੀ ਲਾਗੂ ਹੋਣਗੀਆਂ। ਸੋ ਲਗਾਤਾਰ ਜੇ ਗੱਲਬਾਤ ਕਰੀਏ ਇੱਕ ਵਿਰੋਧਤਾ ਦੀ, ਕਿਉਂਕਿ ਜਦੋਂ ਕੈਂਡੀਡੇਟਾਂ ਦੇ ਅਨਾਉਂਸ ਹੋ ਰਹੇ ਨੇ ਤਾਂ ਉਸ ਤੋਂ ਬਾਅਦ ਜੋ ਦੂਜੇ ਉਮੀਦਵਾਰ ਨੇ ਜਾਂ ਵਰਕਿੰਗ ਨੇ, ਕੰਮ ਕਰ ਰਹੇ ਨੇ, ਪਹਿਲਾਂ ਤੋਂ ਜੁੜੇ ਹੋਏ ਨੇ, ਉਹ ਵਿਰੋਧਤਾ ਵੀ ਲਗਾਤਾਰ ਕਰ ਰਹੇ ਨੇ। ਹਲਕਾ ਸੰਗਰੂਰ ਦੀ ਗੱਲਬਾਤ ਕਰਾਂਗੇ, ਜਿੱਥੇ ਆਮ ਆਦਮੀ ਪਾਰਟੀ ਵੱਲੋਂ ਨਰਿੰਦਰ ਕੌਰ ਭਰਾਜ ਉਮੀਦਵਾਰ ਐਲਾਨੇ ਗਏ ਨੇ ਅਤੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਤਾਂ ਵਿਰੋਧਤਾ ਹੋਈ ਸਾਹਮਣੇ। ਵਿਰੋਧਤਾ ਕੀਤੀ ਦਿਨੇਸ਼ ਬਾਂਸਲ, ਜੋ ਪਿਛਲੀ ਵਾਰੀ ਜਾਨੀ ਕਿ 2017 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਨੇ ਤੇ ਦੂਜੇ ਨੰਬਰ ਤੇ ਰਹੇ ਸਨ। ਸੋ ਲਗਾਤਾਰ ਵਿਰੋਧਤਾ ਵੀ ਹੋਈ। ਉਸ ਤੋਂ ਬਾਅਦ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ। ਗੱਲਬਾਤ ਵੀ ਕਰਾਂਗੇ। ਆਮ ਆਦਮੀ ਪਾਰਟੀ ਦਿਨੇਸ਼ ਬਾਂਸਲ ਗਰੁੱਪ ਦੇ ਨੌਜਵਾਨ ਆਗੂ ਹਰਭਜਨ ਸਿੰਘ ਹੈਪੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ। ਹੈਪੀ ਜੀ, ਲਗਾਤਾਰ ਵਿਰੋਧਤਾ ਜਾਰੀ ਸੀ। ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਵੀ ਕੀਤਾ। ਤੁਸੀਂ ਮਤਲਬ ਜੋ ਇਹ ਟਿਕਟ ਦਿੱਤੀ ਗਈ ਆ, ਨਾਰਾਜ਼ਗੀ ਆ ਤੁਹਾਨੂੰ ਇਹ ਟਿਕਟ ਤੋਂ? ਸਭ ਤੋਂ ਪਹਿਲਾਂ ਤਾਂ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਾਝਾ ਜੀ, ਤੁਸੀਂ ਨੇ ਕਿਹਾ ਵੀ ਟਿਕਟ ਦਾ ਵਿਰੋਧ, ਅਸੀਂ ਬਿਲਕੁਲ ਵੀ ਟਿਕਟ ਦਾ ਵਿਰੋਧ ਨਹੀਂ ਕੀਤਾ ਹੈਗਾ, ਨਾ ਹੀ ਅਸੀਂ ਸਾਡੀ ਉਸ ਛੋਟੀ ਭੈਣ ਦਾ ਵਿਰੋਧ ਕੀਤਾ। ਅਸੀਂ ਸਾਡੇ ਵੱਲੋਂ ਜਿਹੜਾ ਵਿਰੋਧ ਹੈਗਾ ਉਹ ਟਿਕਟ ਦੇਣ ਦੇ ਤਰੀਕੇ ਦਾ ਵਿਰੋਧ ਕੀਤਾ ਗਿਆ, ਕਿਉਂਕਿ ਅਸੀਂ ਜਿਹੜਾ ਇਹ ਸਾਰਾ ਵਰਤਾਰਾ ਹੋਇਆ ਟਿਕਟ ਦੇਣ ਦਾ 26 ਦਸੰਬਰ 2021 ਨੂੰ ਇੱਕ ਮੀਟਿੰਗ ਰੱਖੀ ਗਈ ਸੀ, ਜਿਹਦੇ ਵਿੱਚ ਸਾਡੇ ਮਾਨਯੋਗ ਸਤਿੰਦਰ ਜੈਨ ਜੀ ਸਿਹਤ ਮੰਤਰੀ ਦਿੱਲੀ ਤੋਂ ਸੰਗਰੂਰ ਦੇ ਵਿੱਚ ਵਪਾਰੀ ਵਰਗ ਦੇ ਨਾਲ ਇੱਕ ਮੀਟਿੰਗ ਕਰਨ ਦੇ ਲਈ ਆਏ ਸੀਗੇ। ਔਰ ਦਿਨੇਸ਼ ਬਾਂਸਲ ਜੀ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਵਪਾਰੀ ਵਰਗ ਦਾ ਜਿਹੜਾ ਹੈਗਾ ਇਕੱਠ ਕਰ ਸਕਦੇ ਹੋ, ਘੱਟੋ ਘੱਟ 500-600 ਵਪਾਰੀ ਵਰਗ ਦੇ ਜਿਹੜੇ ਨੁਮਾਇੰਦੇ ਨੇਗੇ ਵੀ ਤੁਸੀਂ ਉਹ ਇਕੱਠੇ ਕਰਿਓ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਸਤਿੰਦਰ ਜੈਨ ਜੀ ਨੇ ਜਿਹੜਾ ਉਹ ਆਉਣਾ। ਸੋ ਦਿਨੇਸ਼ ਬਾਂਸਲ ਜੀ ਨੇ ਉਹ ਸਾਰਾ ਇਕੱਠ ਕਰਿਆ, ਅਰੇਂਜ ਕੀਤਾ। ਉਹਦੇ ਵਿੱਚ ਚਾਹੇ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਸੀ, ਉਹਨਾਂ ਨੇ ਵੀ ਆਪਣੇ ਲੈਵਲ ਤੇ ਉੱਥੇ ਵਪਾਰੀ ਵਰਗ ਬੁਲਾਇਆ। ਨਰਿੰਦਰ ਕੌਰ ਭਰਾਜ ਸੀ, ਇਹਦੇ ਨਾਲ ਵੀ 5-4 ਵਪਾਰੀ ਗਏ ਸੀਗੇ। ਔਰ ਮੋਸਟਲੀ ਜਿਹੜਾ ਇਕੱਠ ਸੀਗਾ ਉਹ ਦਿਨੇਸ਼ ਬਾਂਸਲ ਦਾ ਕੀਤਾ ਹੋਇਆ ਸੀ। ਠੀਕ ਹੈ। ਨਹੀਂ, ਵੈਸੇ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਸੀ, ਦੂਜੇ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਉਹ ਵੀ ਕਹਿ ਰਹੇ ਨੇ ਕਿ ਜੋ ਇਕੱਠ ਸੀ ਉਹ ਬਰਾਬਰ ਸੀ ਸਾਰਿਆਂ ਦਾ, ਚਾਹੇ ਡਾਕਟਰ ਮਿੰਕੂ ਜਵੰਦਾ ਸੀ, ਚਾਹੇ ਦਿਨੇਸ਼ ਬਾਂਸਲ ਸਨ, ਜਾਨੀ ਕਿ ਲਗਾਤਾਰ ਸਾਰਿਆਂ ਨੂੰ ਬਰਾਬਰਤਾ ਅਨੁਸਾਰ ਉਹ ਕਾਰਡ ਦਿੱਤੇ ਗਏ, ਜੋ ਵੀ ਇਨਵੀਟੇਸ਼ਨ ਕਾਰਡ ਸੀ। ਸੋ ਬਰਾਬਰ ਦਾ ਇਕੱਠ ਸੀ, ਇਹ ਵੀ ਗੱਲ ਕਹੀ ਜਾ ਰਹੀ ਆ। ਦੇਖੋ ਜੀ, ਇਹ ਗੱਲਾਂ ਨੇਗੀਆਂ, ਪਰ ਜਿੰਨਾ ਉੱਥੇ
ਵਪਾਰੀ ਵਰਗ ਇਕੱਤਰ ਹੋਇਆ ਸੀਗਾ, ਉਹਦੇ ਵਿੱਚੋਂ 80-85% ਜਿਹੜਾ ਵਪਾਰੀ ਵਰਗ ਸੀਗਾ ਉਹ ਦਿਨੇਸ਼ ਬੰਸਲ ਦੀ ਇਨਵੀਟੇਸ਼ਨ ਤੇ ਉੱਥੇ ਪਹੁੰਚਿਆ ਹੋਇਆ ਸੀ। ਔਰ ਪਾਰਟੀ ਨੇ ਕਿਤੇ ਨਾ ਕਿਤੇ ਦਿਨੇਸ਼ ਬੰਸਲ ਨੂੰ ਭਰੋਸੇ ਦੇ ਵਿੱਚ ਲੈ ਕੇ ਗੱਲ ਕਹੀ ਸੀ ਵੀ ਜਿਹੜੀ ਸੰਗਰੂਰ ਦੀ ਟਿਕਟ ਆ ਉਹ 4 ਜਾਂ 5 ਜਨਵਰੀ ਨੂੰ ਆਊਗੀ ਔਰ ਉਸ ਟਿਕਟ ਦੇ ਵਿੱਚੋਂ ਦਿਨੇਸ਼ ਬੰਸਲ ਸਾਹਮਣੇ ਆਊਗਾ। ਠੀਕ ਹੈ। ਪਰ ਉਸ ਚੱਲਦੀ ਵਪਾਰੀ ਵਰਗ ਦੀ ਮੀਟਿੰਗ ਦੇ ਵਿੱਚ ਪਾਰਟੀ ਨੂੰ ਕੀ ਇਹੋ ਜੀ ਕਾਹਲ ਹੋਈ ਜਾਂ ਕੀ ਜਲਦਬਾਜ਼ੀ ਕਰਨੀ ਪਈ ਵੀ ਉਸ ਚੱਲਦੀ ਮੀਟਿੰਗ ਦੇ ਵਿੱਚ ਸਾਡੇ ਉਸ ਭਰਾ ਦੀ ਦਿਨੇਸ਼ ਬੰਸਲ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਚੱਲਦੀ ਮੀਟਿੰਗ ਦੇ ਵਿੱਚ ਟਿਕਟ ਅਨਾਉਂਸ ਕੀਤੀ ਗਈ। ਸਾਨੂੰ ਉਸ ਟਿਕਟ ਅਨਾਉਂਸ ਕਰਨ ਦੇ ਤਰੀਕੇ ਦਾ ਅਸੀਂ ਵਿਰੋਧ ਕਰ ਰਹੇ ਹਾਂ, ਨਾ ਕਿ ਅਸੀਂ ਸਾਡੀ ਉਸ ਛੋਟੀ ਭੈਣ ਦਾ ਵਿਰੋਧ ਕਰ ਰਹੇ ਹਾਂ ਜਾਂ ਟਿਕਟ ਦਾ ਵਿਰੋਧ ਕਰ ਰਹੇ ਠੀਕ ਹੈ, ਯਾਨੀ ਕਿ ਜੇ 10 ਦਿਨ ਬਾਅਦ ਟਿਕਟ ਦਿੰਦੇ ਜਾਂ ਉਮੀਦਵਾਰ ਐਲਾਨ ਦੇ ਤੁਹਾਨੂੰ ਕੋਈ ਗੁੱਸਾ ਨਹੀਂ ਹੋਣਾ ਸੀ? ਬਿਲਕੁਲ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਨਹੀਂ ਸੀਗਾ। ਇਹੀ ਟਿਕਟ 2 ਦਿਨ ਪਹਿਲਾਂ ਅਨਾਉਂਸ ਕਰਕੇ ਸਾਡੀ ਉਸ ਭੈਣ ਨੂੰ ਕਹਿ ਦਿੰਦੇ ਵੀ ਤੂੰ 500 ਵਪਾਰੀ ਇਕੱਠਾ ਕਰ, ਅਸੀਂ ਦੇਖ ਲੈਂਦੇ ਵੀ ਕਿੰਨੇ ਵਪਾਰੀ ਇਕੱਠੇ ਕਰਦੀ ਆ। ਕਿਉਂਕਿ ਦਿਨੇਸ਼ ਬੰਸਲ ਨੂੰ ਇਹ ਗੱਲ ਕਹੀ ਗਈ ਸੀ ਵੀ ਤੁਸੀਂ ਮਹਾਜਨ ਚਿਹਰਾ ਹੋਗੇ, ਤੁਸੀਂ ਵਪਾਰੀ ਵਰਗ ਇਕੱਠਾ ਕਰ ਸਕਦੇ ਹੋ, ਮਹਾਜਨ ਤੁਹਾਡੇ ਕਰਕੇ ਇਕੱਠੇ ਹੋ ਸਕਦੇ ਨੇਗੇ। ਇਹਦਾ ਮਤਲਬ ਵੀ ਉਹਦੀ ਕਮਿਊਨਿਟੀ ਨੂੰ ਇਕੱਠਾ ਕਰਕੇ ਉਹਦੀ ਕਮਿਊਨਿਟੀ ਦੇ ਸਾਹਮਣੇ ਦਿਨੇਸ਼ ਬੰਸਲ ਦਾ ਨੱਕ ਵੱਢਿਆ, ਉਹਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਸਾਨੂੰ ਇਸ ਗੱਲ ਦਾ ਦੁੱਖ ਹੈਗਾ, ਸਾਨੂੰ ਟਿਕਟ ਦਾ ਕੋਈ ਦੁੱਖ ਨਹੀਂ। ਟਿਕਟ ਇੱਕ ਨੂੰ ਮਿਲਣੀ ਸੀ, ਉਹ ਭਾਵੇਂ 4 ਜਣੇ ਰੇਸ ਦੇ ਵਿੱਚ ਸੀ, ਭਾਵੇਂ 3 ਜਣੇ ਸੀ, ਭਾਵੇਂ 10 ਜਣੇ ਸੀਗੇ, ਟਿਕਟ ਇੱਕ ਨੂੰ ਮਿਲਣੀ ਸੀਗੀ। ਅਸੀਂ ਟਿਕਟ ਦਾ ਬਿਲਕੁਲ ਵੀ ਵਿਰੋਧ ਨਹੀਂ ਕੀਤਾ ਹੈਗਾ, ਅਸੀਂ ਟਿਕਟ ਦੇਣ ਦੇ ਤਰੀਕੇ ਦਾ ਵਿਰੋਧ ਕੀਤਾ ਹੈਗਾ। ਬਿਲਕੁਲ। ਵੈਸੇ ਜੇ ਗੱਲਬਾਤ ਕਰੀਏ, ਕੀ ਲੱਗਦਾ ਇਹ ਇਕੱਲੇ ਹਲਕਾ ਸੰਗਰੂਰ ਦੀ ਗੱਲ ਨਹੀਂ ਹੈਗੀ, ਹੋਰ ਵੀ ਜਿੰਨੇ ਵੀ 117 ਦੇ 17 ਹਲਕੇ ਨੇ ਉੱਥੇ ਹਰੇਕ ਜਗ੍ਹਾ ਪਹਿਲਾਂ ਵੀ ਇਹ ਗੱਲਬਾਤ ਸਾਹਮਣੇ ਆਉਂਦੀ ਸੀ ਕਿ 3-3 4-4 ਜਿਹੜੇ ਸੀਨੀਅਰ ਆਗੂ ਨੇ ਉਹ ਆਪਣਾ ਵਰਕ ਕਰ ਰਹੇ ਨੇ ਪੂਰਾ, ਕਿ ਜਦੋਂ ਟਿਕਟ ਮਿਲੂ ਇੱਕ ਨੂੰ ਤਾਂ ਉਹ 3-4 ਤਾਂ ਨਾਰਾਜ਼ ਹੋਣਗੇ। ਉਹੀ ਕੁਝ ਜਾਨੀ ਕਿ ਤੁਸੀਂ ਕਹਿ ਰਹੇ ਹੋ ਹਲਕਾ ਸੰਗਰੂਰ 'ਚ ਵੀ ਹੋਇਆ ਵੀ ਕਿਤੇ ਨਾ ਕਿਤੇ ਹਾਈ ਕਮਾਂਡ ਨੇ ਦੇਰੀ ਵੀ ਕਰੀ ਆ ਵੀ ਇੱਕ ਨੂੰ ਪਹਿਲਾਂ ਹੀ ਐਲਾਨਣਾ ਚਾਹੀਦਾ ਸੀ ਕਿ ਇਹਨਾਂ ਨੂੰ ਟਿਕਟ ਦੇਣੀ ਆ। ਦੇਖੋ ਜੀ, ਪਾਰਟੀ ਦੀ ਵੱਡੀ ਨਾਕਾਮੀ ਹੈਗੀ ਹਰ ਇੱਕ ਹਲਕੇ ਦੇ ਉੱਪਰ। ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ 4-4 ਗਰੁੱਪ ਕ੍ਰੀਏਟ ਕਿਉਂ ਹੋਣ ਦਿੱਤੇ? ਜੇ ਉਹ ਗਰੁੱਪ ਕ੍ਰੀਏਟ ਹੋਏ ਸੀਗੇ ਤਾਂ ਟਿਕਟ ਦੇਣ ਵੇਲੇ ਘੱਟੋ ਘੱਟ ਉਹ 4 ਗਰੁੱਪਾਂ ਨੂੰ ਤੁਸੀਂ ਕੌਨਫੀਡੈਂਸ ਦੇ ਵਿੱਚ ਲੈਣਾ ਬਣਦਾ ਸੀਗਾ। ਜਦੋਂ ਟਿਕਟ ਅਨਾਉਂਸ ਕਰਨੀ ਆ ਤਾਂ ਉਹਨਾਂ ਨੂੰ ਚਾਰਾਂ ਨੂੰ ਇੱਕ ਟੇਬਲ ਤੇ ਬਿਠਾਉਂਦੇ, ਟੇਬਲ ਤੇ ਬਿਠਾ ਕੇ ਕੋਈ ਤਰੀਕਾ ਅਪਣਾਉਂਦੇ, ਕੋਈ ਪਰਚੀ ਸਿਸਟਮ ਅਪਣਾਉਂਦੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਜਿਹਦੇ ਨਾਲ ਕਿ ਵੀ ਉਹ ਜਿਹੜੇ 3 ਦੂਸਰੇ ਭਰਾ ਸੀਗੇ ਉਹ ਨਾ ਗੁੱਸੇ ਹੋਣ। ਇਸ ਤਰ੍ਹਾਂ ਦਾ ਕੋਈ ਤਰੀਕਾ ਅਪਣਾਉਣਾ ਚਾਹੀਦਾ ਸੀ। ਪਰ ਕੋਈ ਤਰੀਕਾ ਨਹੀਂ ਅਪਣਾਇਆ ਗਿਆ ਇੱਥੇ। ਬਿਲਕੁਲ ਕੋਈ ਤਰੀਕਾ ਨਹੀਂ ਅਪਣਾਇਆ ਗਿਆ ਜੀ। ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਵੀ ਵੱਖ-ਵੱਖ ਹਲਕਿਆਂ ਦੇ ਵਿੱਚ ਵਿਰੋਧਤਾ ਸਾਹਮਣੇ ਆ ਰਹੀ ਆ। ਮੋਹਾਲੀ ਤੋਂ ਕੁਲਵੰਤ ਸਿੰਘ ਨੂੰ ਟਿਕਟ ਦਿੱਤੀ ਹੈਗੀ, ਜਿਹੜਾ ਕਿ ਧਨਾੜ ਹੈਗਾ। ਅਕਾਲੀ ਦਲ ਦੀ ਸਰਕਾਰ ਵੇਲੇ ਉਹ MP ਦੀ ਚੋਣ ਹਾਰਿਆ। ਉਸ ਤੋਂ ਬਾਅਦ ਅਕਾਲੀ ਦਲ ਦਾ ਉਹ ਮੇਅਰ ਰਿਹਾ। ਮੇਅਰ ਰਹਿਣ ਦੇ ਬਾਵਜੂਦ ਉਹਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਜਦ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਇਹ ਗੱਲ ਕਹਿੰਦੇ ਨੇ ਵੀ ਭ੍ਰਿਸ਼ਟਾਚਾਰ ਕਰਨ ਵਾਲੇ ਮੈਨੂੰ ਬਿਲਕੁਲ ਵੀ ਮੈਂ ਬਰਦਾਸ਼ਤ ਨਹੀਂ ਕਰੂੰਗਾ। ਅੱਜ ਕੁਲਵੰਤ ਸਿੰਘ ਮੇਅਰ ਕਿਹੜੇ ਪਾਸਿਓਂ ਦੁੱਧ ਧੋਤਾ ਹੋ ਗਿਆ? ਇੱਕ ਦਿਨ ਪਹਿਲਾਂ ਉਹ ਪਾਰਟੀ ਜੁਆਇਨ ਕਰਦਾ, ਦੂਸਰੇ ਦਿਨ ਉਹਨੂੰ ਟਿਕਟ ਮਿਲਦੀ ਆ। ਪਾਰਟੀ ਕਹਿੰਦੀ ਅਸੀਂ ਸਰਵੇ ਦੇ ਆਧਾਰ ਤੇ ਟਿਕਟ ਦਿੰਨੇ ਆਂਗੇ। ਤਾਂ ਫਿਰ ਉਹ ਕਿਹੜਾ ਸਰਵੇ ਸੀ ਵੀ ਜਿਹੜਾ ਕੁਝ ਘੰਟਿਆਂ ਦੇ ਵਿੱਚ ਹੋ ਗਿਆ? ਨਹੀਂ, ਵੈਸੇ ਤੁਹਾਨੂੰ ਕੀ ਲੱਗਦਾ ਜੋ ਸਰਬਿਆਂ ਦੀ ਗੱਲ ਪਾਰਟੀ ਕਰ ਰਹੀ ਆ ਕਿ ਸਰਬਿਆਂ ਦੇ ਅਨੁਸਾਰ ਹੀ ਟਿਕਟਾਂ ਦਿੱਤੀਆਂ ਗਈਆਂ ਨੇ, ਕੀ ਲੱਗਦਾ ਤੁਹਾਨੂੰ ਹਲਕਾ ਸੰਗਰੂਰ ਦੀ ਸਰਵੇ ਅਨੁਸਾਰ ਦਿੱਤੀ ਗਈ ਆ ਜਾਂ ਹੋਰ ਵੀ ਟਿਕਟਾਂ ਸਰਵੇ ਦੇ ਅਨੁਸਾਰ ਦਿੱਤੀਆਂ ਗਈਆਂ ਨੇ? ਜੇ ਸਰਵੇ ਦੇ ਆਧਾਰ ਦੇ ਉੱਪਰ ਟਿਕਟ ਆਈ ਹੁੰਦੀ ਸੰਗਰੂਰ ਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਨਰਿੰਦਰ ਕੌਰ ਭਰਾਜ ਦਾ ਨਾਮ ਆਉਂਦਾ। ਸਰਵੇ ਦੇ ਆਧਾਰ ਤੇ ਬਿਲਕੁਲ ਕੋਈ ਟਿਕਟ ਨਹੀਂ ਆਈ ਹੈਗੀ। ਜਿਹੜੀ ਟਿਕਟ ਆਈ ਆ ਉਹ ਚਮਚਾਗਿਰੀ ਨਾਲ, ਚਾਪਲੂਸੀ ਨਾਲ, ਜਾਂ ਆਪਾਂ ਇਹ ਕਹਿ ਦਈਏ ਵੀ ਪੈਸਾ ਤੰਤਰ ਨਾਲ ਟਿਕਟ ਆ ਰਹੀ ਹੈਗੀ। ਅੱਛਾ, ਜਿਵੇਂ ਗੱਲਬਾਤ ਕਹੀ ਜਾਂਦੀ ਹੈ ਕਿ ਬਹੁਤ ਟਿਕਟਾਂ ਵਿਕ ਰਹੀਆਂ ਨੇ ਜੀ। ਅਰਵਿੰਦ ਕੇਜਰੀਵਾਲ ਨੇ ਵੀ ਸਟੇਟਮੈਂਟ ਇੱਕ ਦਿੱਤੀ ਆ ਕਿ ਜੋ ਵੀ ਟਿਕਟਾਂ ਕਿੱਥੇ ਵਿਕੀਆਂ ਹੋਈਆਂ ਨੇ ਸਬੂਤ ਲਿਆਓ, ਸਾਬਤ ਕਰੋ, ਅਸੀਂ ਉਹਨੂੰ ਜੇਲ੍ਹ ਕਰ ਦਾਂਗੇ ਜੀ। ਵੀ ਐਵੇਂ ਦੀ ਆਮ ਆਦਮੀ ਪਾਰਟੀ 'ਚ ਗੱਲ ਹੀ ਨਹੀਂ ਹੈਗੀ ਜੀ। ਦੇਖੋ ਜੀ, ਸਭ ਤੋਂ ਵੱਡਾ ਸਬੂਤ ਹੈ ਜੀ ਮੋਹਾਲੀ ਦੀ ਟਿਕਟ। ਕੁਲਵੰਤ ਸਿੰਘ ਮੇਅਰ ਨੂੰ ਜਿਹੜੀ ਟਿਕਟ ਆਈ ਆ ਉਹ ਕਿਹੜੇ ਸਰਵੇ ਦੇ ਆਧਾਰ ਤੇ ਆਈ ਆ ਜਾਂ ਕਿੰਨੇ ਰੁਪਈਆਂ ਨਾਲ ਆਈ ਹੈਗੀ, ਉਹ ਪਾਰਟੀ ਤੁਹਾਡੇ ਸਾਹਮਣੇ ਕਰ ਸਕਦੀ ਹੈਗੀ। ਕਿਉਂਕਿ ਇੱਕ ਦਿਨ ਦੇ ਵਿੱਚ ਕੋਈ ਸਰਵੇ ਨਹੀਂ ਹੁੰਦਾ ਹੈਗਾ। ਸਰਵੇ ਕਰਨ ਨੂੰ ਘੱਟੋ ਘੱਟ ਜਿਹੜਾ ਹੈਗਾ ਮਹੀਨਾ ਤਾਂ ਚਾਹੀਦਾ ਹੈਗਾ। ਇੱਕ ਦਿਨ ਦੇ ਵਿੱਚ ਤੁਸੀਂ ਉਸ ਬੰਦੇ ਦਾ ਕੀ ਸਰਵੇ ਕਰ ਲਿਆ ਵੀ ਲੋਕ ਉਹਨੂੰ ਚਾਹੁੰਦੇ ਨੇਗੇ? ਇਸ ਕਰਕੇ ਜਿਹੜੀ ਮੋਹਾਲੀ ਦੀ ਟਿਕਟ ਆਈ ਆ ਉਹ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਵੀ ਉਹ ਪੈਸੇ ਦੇ ਸਿਰ ਤੇ ਹੀ ਟਿਕਟ ਆਈ ਹੈ। ਤੁਹਾਨੂੰ ਕੀ ਲੱਗਦਾ ਨੁਕਸਾਨ ਹੋਣਾ ਪਾਰਟੀ ਦਾ ਇਸ ਤਰੀਕੇ ਨਾਲ? ਤਾਂ ਜੇ ਐਵੇਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਣਗੀਆਂ ਪਾਰਟੀ ਦਾ ਵੱਡਾ ਨੁਕਸਾਨ ਹੋ ਸਕਦਾ ਜੀ। ਦੇਖੋ, ਪਾਰਟੀ ਦਾ ਨੁਕਸਾਨ ਅੱਜ 2017 ਵਾਲੀ ਗਲਤੀ ਜਿਹੜੀ ਆ ਪਾਰਟੀ ਉਹ ਇੱਥੇ ਅੱਜ 2022 ਦੇ ਵਿੱਚ ਵੀ ਕਰ ਰਹੀ ਆ। 2022 ਦੇ ਵਿੱਚ ਵੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਉਹ ਫੇਸਬੁੱਕ ਦੇ ਉੱਪਰ ਥਾਪੀਆਂ ਮਾਰ ਰਹੇ ਸੀ ਪੱਟਾਂ ਦੇ ਉੱਪਰ ਵੀ ਸਾਡੀ ਸਰਕਾਰ ਆ ਗਈ, ਸਰਕਾਰ ਆ ਗਈ। ਅੱਜ ਵੀ ਉਹੀ ਕੁਝ ਚੱਲ ਰਿਹਾ ਹੈਗਾ। 2022 ਦੇ ਵਿੱਚ ਵੀ ਫੇਸਬੁੱਕ ਦੇ ਉੱਪਰ ਸਰਕਾਰ ਬਣ ਰਹੀ ਆ, ਪਰ ਗਰਾਊਂਡ ਰਿਐਲਿਟੀ ਆ ਜਿਹੜੀ ਉਹ ਕੁਝ ਹੋਰ ਹੈਗੀ।
2017 ਵਾਲੀ ਉਹ ਗਰਾਊਂਡ ਰਿਐਲਿਟੀ ਜਿਵੇਂ ਗੱਲ ਕਰਦੇ ਹੋ ਤੁਸੀਂ? ਬਿਲਕੁਲ ਹੋਊਗੀ ਜੀ। ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਹੈਗਾ ਵੀ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ 20 ਐਮਐਲਏ ਆ ਗਏ ਸੀ। 2022 ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਉਹ 20 ਦੇ ਵਿੱਚੋਂ ਤੁਸੀਂ ਜਾਂ ਤਾਂ ਪਿੱਛੋਂ ਜ਼ੀਰੋ ਹਟਾਉਣ ਤੇ ਮਜਬੂਰ ਹੋ ਜਾਵੋ ਜਾਂ ਅੱਗੋਂ ਦੂਆ ਹਟਾਉਣ ਤੇ ਮਜਬੂਰ ਹੋ ਜਾਵੋ। ਇਹ ਸਥਿਤੀ ਵੀ ਹੋ ਸਕਦੀ ਹੈਗੀ। ਬਿਲਕੁਲ। ਬਾਕੀ ਦਿਨੇਸ਼ ਬਾਂਸਲ ਦਾ ਗਰੁੱਪ ਹੁਣ ਕੀ ਸੋਚ ਰਿਹਾ, ਕੀ ਸਟ੍ਰੈਟਜੀ ਆਉਣ ਵਾਲੀ, ਕਿ ਪਲੈਨਿੰਗ ਕੀ ਆ? ਨਾਲ ਚੱਲਣਗੇ, ਆਜ਼ਾਦ ਖੜਨਗੇ, ਜਾਂ ਕੋਈ ਹੋਰ ਪਾਰਟੀ 'ਚ ਜਾਣਗੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਦਿਨੇਸ਼ ਬੰਸਲ ਦਾ ਜਿਹੜਾ ਗਰੁੱਪ ਤੁਸੀਂ ਬਾਰ-ਬਾਰ ਗਰੁੱਪ ਕਹਿ ਰਹੇ ਹੋ, ਦਿਨੇਸ਼ ਬੰਸਲ ਦਾ ਕੋਈ ਗਰੁੱਪ ਨਹੀਂ ਸੀਗਾ। ਅਸੀਂ ਟੀਮ ਆ ਆਮ ਆਦਮੀ ਪਾਰਟੀ ਦੀ ਟੀਮ, ਜਿਨ੍ਹਾਂ ਨੇ 2014 ਦੇ ਵਿੱਚ ਭਗਵੰਤ ਮਾਨ ਦੇ ਲਈ ਕੰਮ ਕੀਤਾ। 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿਨੇਸ਼ ਬੰਸਲ ਨੂੰ ਟਿਕਟ ਦਿੱਤੀ। ਸਾਡੀ ਮੰਗ ਸੀ ਵੀ ਵਲੰਟੀਅਰ ਨੂੰ ਟਿਕਟ ਆਵੇ। ਦਿਨੇਸ਼ ਬੰਸਲ ਉਹ ਸ਼ਖਸ ਆ ਜਿਹੜਾ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਲੈ ਕੇ ਅੱਜ ਤੱਕ ਪਾਰਟੀ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਉਹ ਸਾਡਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਸੀ। ਅਸੀਂ ਸਵਾਗਤ ਕੀਤਾ ਪਾਰਟੀ ਦੇ ਫੈਸਲੇ ਦਾ। 2017 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ, ਦਿਨੇਸ਼ ਬੰਸਲ ਲਈ ਕੰਮ ਕੀਤਾ। 2019 ਦੇ ਵਿੱਚ ਸਾਡੇ ਮਾਨਯੋਗ ਭਗਵੰਤ ਮਾਨ ਜੀ ਐਮਪੀ ਸੀਗੇ, ਦੁਬਾਰੇ ਫਿਰ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਇੱਥੋਂ ਨਵਾਜਿਆ ਗਿਆ। ਅਸੀਂ ਫਿਰ ਆਮ ਆਦਮੀ ਪਾਰਟੀ ਲਈ ਕੰਮ ਕੀਤਾ। ਅਸੀਂ ਹੁਣ ਵੀ ਆਮ ਆਦਮੀ ਪਾਰਟੀ ਲਈ ਹੀ ਕੰਮ ਕਰ ਰਹੇ ਹਾਂਗੇ। ਭਾਵੇਂ ਮੇਰੀ ਭੈਣ ਅੱਜ ਤੱਕ 18 ਦਿਨ ਹੋ ਗਏ ਉਹਨੂੰ ਟਿਕਟ ਮਿਲੀ ਨੂੰ, ਭਾਵੇਂ ਅੱਜ ਤੱਕ ਉਹਨੇ ਮੇਰੇ ਨਾਲ ਫੋਨ ਤੇ ਵੀ ਰਾਬਤਾ ਕਾਇਮ ਨਹੀਂ ਕੀਤਾ, ਆਉਣਾ ਤਾਂ ਦੂਰ ਦੀ ਗੱਲ ਆ। ਪਰ ਅਸੀਂ ਫਿਰ ਵੀ ਆਪਣੇ ਮਿਲਣ ਵਾਲੇ ਜਿਹੜੇ ਸਾਡੇ ਸ਼ੁਭ ਚਿੰਤਕ ਨੇ, ਅਸੀਂ ਉਹਨਾਂ ਨੂੰ ਇਹੀ ਮੈਸੇਜ ਲਾਉਂਦੇ ਹਾਂਗੇ ਵੀ 70 ਸਾਲ 75 ਸਾਲ ਸਾਨੂੰ ਹੋ ਗਏ, ਬਾਰ-ਬਾਰ ਅਸੀਂ ਇਹਨੂੰ ਛੱਡਦੇ ਹਾਂ ਉਹ ਤੋਂ ਕੁੱਟ ਖਾ ਲੈਂਦੇ ਹਾਂ, ਉਹਨੂੰ ਛੱਡਦੇ ਹਾਂ ਉਹ ਤੋਂ ਕੁੱਟ ਖਾ ਲੈਂਦੇ ਹਾਂ, ਵੀ ਇੱਕ ਵਾਰੀ ਆਪਾਂ ਤੀਜਾ ਬਦਲ ਦੇਖ ਲਈਏ, ਤੀਸਰਾ ਬਦਲ ਦੇਖ ਲਈਏ। ਅਸੀਂ ਤਾਂ ਫਿਰ ਵੀ ਭਾਵੇਂ ਟਿਕਟ ਗਲਤ ਤਰੀਕੇ ਆਈ ਆ, ਪਰ ਅਸੀਂ ਫਿਰ ਵੀ ਪਾਰਟੀ ਦੀ ਮੁਖਾਲਫਤ ਨਹੀਂ ਕਰ ਰਹੇ ਹੈਗੇ। ਪਰ ਪਾਰਟੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਨੂੰ ਮਜਬੂਰ ਕਰੂਗੀ ਵੀ ਤੁਸੀਂ ਡਟ ਕੇ ਵਿਰੋਧ ਕਰੋ। ਠੀਕ ਹੈ। ਵੈਸੇ ਹਰਭਜਨ ਜੀ, ਜੇ ਗੱਲ ਕਰੀਏ, ਤੁਸੀਂ ਸੰਗਰੂਰ ਵਾਲੀ ਕੋਠੀ ਦਾ ਘਿਰਾਓ ਕੀਤਾ, ਭਗਵੰਤ ਮਾਨ ਦੀ ਕੋਠੀ ਦਾ। ਉਸ ਤੋਂ ਬਾਅਦ ਭਗਵੰਤ ਮਾਨ ਨਾਲ ਕੋਈ ਤੁਹਾਡੀ ਮੀਟਿੰਗ, ਕੋਈ ਗੱਲਬਾਤ, ਜਾਂ ਦਿਨੇਸ਼ ਬਾਂਸਲ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੋਵੇ, ਕੋਈ ਐਵੇਂ ਦੀ ਗੱਲ ਹੋਈ ਆ? ਦੇਖੋ, ਜਿਹੜੀ ਭਗਵੰਤ ਮਾਨ ਜੀ ਦੀ ਕੋਠੀ ਦੇ ਘਰਾਓ ਵਾਲੀ ਗੱਲ ਆ, ਸਾਡੇ ਮਨ 'ਚ ਬਿਲਕੁਲ ਵੀ ਨਹੀਂ ਸੀਗਾ ਵੀ ਅਸੀਂ ਨੇ ਉਹਨਾਂ ਦੀ ਕੋਠੀ ਦਾ ਘਰਾਓ ਕਰਨਾ। ਅਸੀਂ ਉਹਨਾਂ ਨੂੰ 5 ਦਿਨ ਐਡਵਾਂਸ ਇੱਕ ਮੈਸੇਜ ਭੇਜਿਆ ਸੀ ਵੀ ਅਸੀਂ ਮਾਨ ਸਾਹਿਬ ਤੁਹਾਨੂੰ ਮਿਲਣ ਆਉਣਾ ਹੈਗਾ, ਕਿਉਂਕਿ ਆਮ ਆਦਮੀ ਪਾਰਟੀ ਇੱਕ ਪਰਿਵਾਰ ਆ। ਤੁਸੀਂ ਸਾਡੇ ਪਰਿਵਾਰ ਦਾ ਮੈਂਬਰ ਹੋ ਤੇ ਅਸੀਂ ਤੁਹਾਡੇ ਪਰਿਵਾਰ ਦਾ ਮੈਂਬਰ ਹੈਗੇ। ਅਸੀਂ ਤੁਹਾਨੂੰ ਮਿਲਣ ਆਉਣਾ। ਕੁਝ ਗੱਲਾਂ ਨੇ ਗੀਆਂ ਸਾਡੇ ਮਨਾਂ ਦੇ ਵਿੱਚ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਨ ਦੇ ਲਈ ਪਿਛਲੇ 3-4 ਸਾਲਾਂ ਤੋਂ ਅਸੀਂ ਸਮਾਂ ਮੰਗ ਰਹੇ ਹਾਂ, ਪਰ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ। ਤੁਸੀਂ ਨੇ ਸਮਾਂ ਨਹੀਂ ਦਿੱਤਾ, ਪਰ ਅਸੀਂ 5 ਦਿਨ ਦਾ ਤੁਹਾਨੂੰ ਸਮਾਂ ਦੇ ਕੇ ਅਸੀਂ ਤੁਹਾਡੇ ਘਰ ਆਵਾਂਗੇ ਗੱਲ ਕਰਨ ਦੇ ਲਈ, ਜਿਹੜੀਆਂ ਸਾਡੇ ਦਿਲ ਦੇ ਵਿੱਚ ਗੱਲਾਂ ਨੇ ਗੀਆਂ। ਪਰ ਉੱਥੇ ਵਰਕਰਾਂ ਦਾ ਇਕੱਠ ਇੰਨਾ ਜ਼ਿਆਦਾ ਹੋ ਗਿਆ ਵੀ ਸਾਡੇ ਮੀਡੀਆ ਵਾਲੇ ਭਾਈਚਾਰੇ ਨੂੰ ਜਿਹੜਾ ਹੈਗਾ ਉਸ ਇਕੱਤਰਤਾ ਨੂੰ ਘਰਾਓ ਦਾ ਨਾਮ ਦੇਣਾ ਪੈ ਗਿਆ। ਪਰ ਦੁੱਖ ਦੀ ਗੱਲ ਇਹ ਹੋਈ ਵੀ ਜਿਨ੍ਹਾਂ ਨੂੰ ਭਗਵੰਤ ਮਾਨ ਭਮੱਕੜ ਕਹਿੰਦਾ ਹੈਗਾ, ਵੀ 2 ਵਾਰ ਮੈਨੂੰ ਇਹ ਭਮੱਕੜਾਂ ਨੇ ਜਿਤਾਇਆ, ਇਹ ਵੱਡਾ ਬੱਲਬ ਭਾਲਦੇ ਫਿਰਦੇ ਨੇ ਵੀ ਵਿੱਚ ਵੱਜੀਏ ਤੇ ਉਹ ਬੱਲਬ ਫਿਊਜ਼ ਕਰੀਏ। ਮਾਨ ਸਾਹਿਬ ਇਹ ਆਪਦੀ ਸਪੀਚ ਦੇ ਵਿੱਚ ਬਾਰ-ਬਾਰ ਗੱਲ ਕਹਿੰਦੇ ਨੇਗੇ। ਪਰ ਦੁੱਖ ਸਾਨੂੰ ਉਦੋਂ ਹੋਇਆ ਵੀ ਜਦੋਂ ਉਹੀ ਐਮਪੀ ਆਪਦੇ ਉਹਨਾਂ ਭਮੱਕੜਾਂ ਨੂੰ ਮਿਲਣ ਦੀ ਬਜਾਏ ਉੱਥੋਂ ਆਪਣੇ ਭਰਾ ਦੀ ਪੁਰਾਣੀ ਗੱਡੀ ਦੇ ਵਿੱਚ ਟੋਪ ਵਾਲਾ ਅੱਪਰ ਲੈ ਕੇ, ਜਿਵੇਂ ਰਾਮਲੀਲਾ ਮੈਦਾਨ ਦੇ ਵਿੱਚੋਂ ਰਾਮਦੇਵ ਭੱਜਿਆ ਸੀ ਸਲਵਾਰ ਪਾ ਕੇ, ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਭਗਵੰਤ ਮਾਨ ਆਪਣੇ ਉਹ ਭਮੱਕੜਾਂ ਤੋਂ ਮੂੰਹ ਲੁਕੋ ਕੇ ਟੋਪ ਵਾਲਾ ਅੱਪਰ ਪਾ ਕੇ, ਸਿਰ ਤੇ ਟੋਪ ਲੈ ਕੇ, ਬਗੈਰ ਪੱਗ ਬੰਨੇ ਆਪਦੀ ਕੋਠੀ 'ਚੋਂ ਭੱਜਿਆ ਹੈਗਾ ਉਸ ਦਿਨ। ਅਸੀਂ ਉਹਦੇ ਨਾਲ ਗੱਲਾਂ ਕਰਨ ਗਏ ਸੀਗੇ। ਭਗਵੰਤ ਮਾਨ ਆਪਦੀ ਸਪੀਚ ਦੇ ਵਿੱਚ ਪਿਛਲੇ 8 ਸਾਲਾਂ ਤੋਂ ਲਗਾਤਾਰ ਕਹਿੰਦਾ ਆ ਰਿਹਾ ਵੀ ਲੀਡਰ ਜਦੋਂ ਤੁਹਾਡੇ ਪਿੰਡ ਆਉਣ, ਤੁਹਾਡੇ ਮੁਹੱਲੇ 'ਚ ਆਉਣ, ਤੁਹਾਡੇ ਸ਼ਹਿਰ 'ਚ ਆਉਣ, ਤਾਂ ਉਹਨਾਂ ਨੂੰ ਸਵਾਲ ਕਰੋ। ਅਸੀਂ ਮਾਨ ਸਾਹਿਬ ਤੁਹਾਨੂੰ ਸਵਾਲ ਨਹੀਂ ਕਰਨ ਆਏ ਸੀਗੇ, ਅਸੀਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਆਏ ਸੀ। ਕਿ ਤੁਹਾਡੇ ਕੋਲੇ ਸਾਡੇ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਹੈਗਾ? ਇੱਕ ਪਾਸੇ ਤੁਸੀਂ ਸਾਨੂੰ ਭਮੱਕੜ ਦੱਸ ਦਿਓ, ਇੱਕ ਪਾਸੇ ਤੁਸੀਂ ਸਾਡੇ ਤੋਂ ਕੰਨੀ ਕਤਰਾਉਂਦੇ ਹੋ। ਬਿਲਕੁਲ। ਵੈਸੇ ਹਰਭਜਨ ਜੀ, ਜੋ ਤੁਹਾਡੀ ਟੀਮ ਆ, ਦਿਨੇਸ਼ ਬਾਂਸਲ ਦੀ ਟੀਮ ਦੀ ਗੱਲ ਕਰ ਰਹੇ ਹੋ ਤੁਸੀਂ, ਤੇ ਉਹ ਟੀਮ ਦਾ ਹੁਣ ਕੀ ਚਾਹੁੰਦੇ ਕੀ ਹੋ? ਮਤਲਬ ਕੀ ਹੋਣਾ ਚਾਹੀਦਾ? ਪਾਰਟੀ ਤੁਹਾਡੇ ਨਾਲ ਮੀਟਿੰਗ ਕਰੇ ਜਾਂ ਭਗਵੰਤ ਮਾਨ ਮੀਟਿੰਗ ਕਰਨ, ਜਾਂ ਕਿਵੇਂ ਗੱਲਬਾਤ? ਇਹਦਾ ਸੋਲੂਸ਼ਨ ਕੀ ਨਿਕਲੂਗਾ, ਕਿਵੇਂ ਨਿਕਲਣਾ? ਦੇਖੋ ਜੀ, ਅਸੀਂ ਮਾਨ ਸਾਹਿਬ ਨਾਲ ਗੱਲ ਹੀ ਕਰਨ ਗਏ ਸੀਗੇ, ਪਰ ਮਾਨ ਸਾਹਿਬ ਨੇ ਸਾਡੇ ਨਾਲ ਗੱਲ ਕਰਨੀ ਮੁਨਾਸਬ ਨਹੀਂ ਸਮਝੀ। ਜੇ ਅਸੀਂ ਬਾਰ-ਬਾਰ ਇਹ ਗੱਲ ਕਹਾਂਗੇ ਵੀ ਭਗਵੰਤ ਮਾਨ ਸਾਡੇ ਨਾਲ ਗੱਲ ਕਰੇ ਜਾਂ ਨਰਿੰਦਰ ਕੌਰ ਭਰਾਜ ਸਾਡੇ ਨਾਲ ਗੱਲ ਕਰੇ, ਤਾਂ ਕਿਤੇ ਨਾ ਕਿਤੇ ਇਹ ਗੱਲ ਆ ਜੂਗੀ ਵੀ ਇਹ ਆਪਦੇ ਪੈਰੀਂ ਹੱਥ ਲਵਾਉਂਦੇ ਨੇਗੇ। ਨਹੀਂ, ਅਸੀਂ ਪੈਰੀਂ ਹੱਥ ਨਹੀਂ ਲਵਾਉਣੇ ਹੈਗੇ। ਅਸੀਂ ਪਾਰਟੀ ਦੀ ਮੁਖਾਲਫਤ ਨਹੀਂ ਕਰ ਰਹੇ ਹੈਗੇ, ਅਸੀਂ ਕਿਸੇ ਉਮੀਦਵਾਰ ਦਾ ਵਿਰੋਧ ਨਹੀਂ ਕਰ ਰਹੇ ਹੈਗੇ। ਅਸੀਂ ਸਿਰਫ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਸੀਗੇ ਭਗਵੰਤ ਮਾਨ ਨਾਲ, ਜਿਹੜੀਆਂ ਕਿ ਉਹਨੇ ਕਰਨੀਆਂ ਮੁਨਾਸਬ ਨਹੀਂ ਸਮਝੀਆਂ। ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹੈਗਾ, ਭਵਿੱਖ ਜਿਹੜਾ ਹੈਗਾ ਇਸ ਸਮੇਂ ਦੇ ਗਰਭ ਦੇ ਵਿੱਚ ਹੈਗਾ। ਆਉਣ ਵਾਲਾ ਸਮਾਂ ਕੁਝ ਵੀ ਹੋ ਸਕਦਾ ਹੈਗਾ। ਨਾ ਹੀ ਅਸੀਂ ਨੇ ਕੁਝ ਸੋਚ ਕੇ, ਕਿਸੇ ਲਾਲਚ ਨੂੰ ਸੋਚ ਕੇ ਆਮ ਆਦਮੀ ਪਾਰਟੀ ਚੂਜ਼ ਕਰੀ ਸੀ, ਨਾ ਹੀ ਅਸੀਂ ਕੋਈ ਹੋਰ ਲਾਲਚ ਨੂੰ ਸੋਚ ਕੇ ਕਿਸੇ ਹੋਰ ਪਾਰਟੀ ਨੂੰ ਚੂਜ਼ ਕਰਾਂਗੇ। ਦੇਖੋ, ਮੈਂ ਤਾਂ ਬਾਰ-ਬਾਰ ਇੱਕੇ ਗੱਲ ਕਹਿੰਦਾ ਹੁੰਦਾ ਵੀ ਹਰਭਜਨ ਹੈਪੀ ਦੀ ਆਮ ਆਦਮੀ ਪਾਰਟੀ ਪਹਿਲੀ ਔਰ ਲਾਸਟ ਪਾਰਟੀ ਆ। ਇਸ ਤੋਂ ਪਹਿਲਾਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ। ਇਸ ਤੋਂ ਬਾਅਦ ਜੇ ਮੈਂ ਆਮ ਆਦਮੀ ਪਾਰਟੀ ਛੱਡੂੰਗਾ ਤਾਂ ਮੈਂ ਆਪਣੇ ਘਰ ਮਿਲੂੰਗਾ ਤੁਹਾਨੂੰ। ਮੈਂ ਕਿਸੇ ਪਾਰਟੀ 'ਚ ਕੰਮ ਨਹੀਂ ਕਰਾਂਗਾ।
ਮੈਂ ਬਾਰ-ਬਾਰ ਇਹ ਗੱਲ ਕਹਿਣਾ ਹੁੰਨਾਗਾ, ਪਰ ਜੇ ਕੋਈ ਸਮੇਂ ਦੀ ਵਿਧ ਬਣੀ, ਕਿਸੇ ਪਾਸੇ ਕੋਈ ਚੰਗਾ ਪਲੇਟਫਾਰਮ ਮਿਲਿਆ, ਪਰ ਹਾਂ ਸਾਡੇ ਸਾਰੇ ਉਹ ਭਰਾਵਾਂ ਦੇ ਨਾਲ ਜਿਹੜੇ ਅੱਜ ਤੱਕ 8 ਸਾਲ ਤੋਂ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹੇ ਨੇ, ਉਹਨਾਂ ਦੀ ਰਾਏ ਦੇ ਨਾਲ ਦਿਨੇਸ਼ ਬਾਂਸਲ ਜੀ ਜਿਵੇਂ ਕਹਿਣਗੇ ਅਸੀਂ ਉਸ ਤਰ੍ਹਾਂ ਕਰਾਂਗੇ। ਅਗਰ ਸਾਨੂੰ ਕੋਈ ਵਧੀਆ ਪਲੇਟਫਾਰਮ ਮਿਲੂਗਾ ਤਾਂ ਅਸੀਂ ਉਸ ਪਾਸੇ ਵੀ ਜਾਵਾਂਗੇ। ਠੀਕ ਹੈ, ਬਿਲਕੁਲ ਜੀ। ਸੋ ਹਲਕਾ ਸੰਗਰੂਰ ਵਿੱਚ ਜੋ ਆਮ ਆਦਮੀ ਪਾਰਟੀ ਦੀਆਂ ਸੁਰਾਂ ਨੇ, ਵਿਰੋਧੀ ਸੁਰਾਂ ਵੀ ਕਿਤੇ ਨਾ ਕਿਤੇ ਨਿਕਲ ਕੇ ਬਾਹਰ ਆ ਰਹੀਆਂ ਨੇ, ਕਿਉਂਕਿ ਦਿਨੇਸ਼ ਬਾਂਸਲ ਦੀ ਜੋ ਟੀਮ ਆ, ਜਦੋਂ ਤੋਂ ਟਿਕਟ ਅਨਾਉਂਸ ਹੋਈ ਆ ਉਸ ਤੋਂ ਬਾਅਦ ਲਗਾਤਾਰ ਉਹ ਟੀਮ ਭਗਵੰਤ ਮਾਨ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ। ਦਿਨੇਸ਼ ਬਾਂਸਲ ਦੀ ਅਗਵਾਈ 'ਚ ਕਹਿੰਦੇ ਸੀ ਕਿ ਗੱਲਬਾਤ ਕਰਨੀ ਆ। ਉਸ ਤੋਂ ਬਾਅਦ ਕੋਠੀ ਵੀ ਭਗਵੰਤ ਮਾਨ ਦੀ ਪਹੁੰਚੇ, ਪਰ ਭਗਵੰਤ ਮਾਨ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ। ਉਹਨਾਂ ਨੂੰ ਇਹੀ ਨਿਰਾਸ਼ਤਾ ਤੇ ਨਾਰਾਜ਼ ਚੱਲ ਰਹੇ ਨੇ, ਲਗਾਤਾਰ ਕਹਿ ਰਹੇ ਨੇ ਕਿ ਸੂਬੇ ਦੇ ਪ੍ਰਧਾਨ ਨੇ ਭਗਵੰਤ ਮਾਨ, ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀ, ਕਿਉਂਕਿ ਹਰ ਹਲਕੇ 'ਚ 3-3 4-4 ਇੱਕ ਵਰਕਿੰਗ ਕਰਨ ਵਾਲੇ ਆਗੂ ਸਨ ਆਮ ਆਦਮੀ ਪਾਰਟੀ ਦੇ, ਅਤੇ ਟਿਕਟ ਇੱਕ ਨੂੰ ਦੇ ਕੇ ਬੜੇ ਨਾਰਾਜ਼ ਹੋਏ ਨੇ। ਉਹਨਾਂ ਨੂੰ ਨਹੀਂ ਸਾਂਭਿਆ ਗਿਆ। ਜੋ ਦੁੱਖ ਦੀ ਗੱਲ ਆ ਕਿ ਜਿਵੇਂ 2017 'ਚ ਆਮ ਆਦਮੀ ਪਾਰਟੀ ਦਾ ਹਾਲ ਹੋਇਆ, 2022 'ਚ ਵੀ ਐਵੇਂ ਹੀ ਹੋ ਸਕਦਾ ਜੇ ਜੋ ਨਾਰਾਜ਼ ਆਗੂ ਨੇ ਉਹ ਨਹੀਂ ਮਨਾਏ ਗਏ, ਨਹੀਂ ਗੱਲਬਾਤ ਕੀਤੀ ਗਈ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।